घर को गिरा के उसमें छोटी छोटी प्लाटिंग करके घर बना के बेच रहे हैं, इसके बारे में कोई ज़रा इन्फॉर्मेशन दें। अगर जगह 1 करोड़ की है ना तो बिल्डर इनसे 70 लाख में खरीद लेगा। यानी ਇਹਦਾ ਮਤਲਬ ਹਰ ਬਿਲਡਰ ਇਹ ਸੋਚ ਰਿਹਾ ਹੁੰਦਾ ਭੈਣ ਭਰਾਵਾਂ ਦੀ ਲੜਾਈ ਹੁੰਦੀ ਰਹੇ। ਉਹਦੇ ਚ ਬਿਲਡਰ ਆਸਾਨੀ ਵਾਸਤੇ ਕਰਦਾ ਇਹ ਵੇ ਕਿ ਅਗਰ ਤੇ ਮਿਸਾਲ ਦੇ ਤੌਰ ਤੇ ਉਹ ਜਗ੍ਹਾ ਚਾਚਾ ਪ੍ਰਾਪਰਟੀ ਦੇ ਨਾਂ ਹੈ, ਇਹਨੇ ਫੌਰਨ ਆਪਣੇ ਨਾਲ ਕਰਾ ਲਿਆ। ਤੁਸੀਂ ਇਹ ਦੇਖੋ ਇਹ ਕੀ ਚਲਾਕੀ ਹੈ। ਨਹੀਂ ਮਾਲਕਾਨ ਜਿਹੜੇ ਨੇ ਨਾ ਵਿਰਾਸਤ ਵਾਲੇ ਉਹੀ ਰਜਿਸਟਰੀ ਕਰ ਦਿੰਦੇ ਨੇ, ਹਾਂ ਲੇਕਿਨ ਉਹ ਅੱਛੀ ਚੀਜ਼ ਨਹੀਂ ਹੈ। ਅੱਛਾ ਅੱਛਾ 18 ਲੱਖ ਰੁਪਇਆ ਕਮੋਬੇਸ਼ 18 ਲੱਖ ਮਹੀਨੇ ਦਾ ਉਹ ਵੈਸੇ ਹੀ ਕਮਾ ਰਿਹਾ, ਵੈਸੇ ਹੀ ਕਮਾ ਰਿਹਾ ਕਮੋਬੇਸ਼। ਤੁਸੀਂ ਵੇਖੋ ਨਾ ਕਿ 24 ਘੰਟੇ ਡਾਕਟਰ ਅਵੇਲੇਬਲ ਹੈ, 24 ਘੰਟੇ ਤੁਹਾਨੂੰ ਖਾਣੇ ਦੀ ਚੀਜ਼ਾਂ ਅਵੇਲੇਬਲ ਹੈ। ਅੱਛਾ ਲੋਕਡਾਊਨ ਦੀ ਪੋਜੀਸ਼ਨ ਵਿੱਚ ਵੀ ਤੁਹਾਨੂੰ ਹਰ ਸ਼ੈ ਲੱਭ ਜਾਂਦੀ ਹੈ। वाकई सही ਗੱਲ। जी अस्सलाम वालेकुम नाज़रीन, मैं आपका ताहिर नौशाद और आप देख रहे हैं प्रोग्राम चाचा प्रॉपर्टी। दोस्तों आप लोगों का बहुत प्यार मिल रहा है, बहुत अच्छे कमेंट मिल रहे हैं जिससे हमारी हौसला अफजाई होती है। आज हम जिस इशू पे बात करेंगे चाचा प्रॉपर्टी जी से। चाचा प्रॉपर्टी जी अस्सलाम वालेकुम, कैसे हैं जी वालेकुम अस्सलाम अल्हम्दुलिल्लाह। जी चाचा प्रॉपर्टी जी, आजकल ट्रेंड है कि किसी का अगर 1 कनाल का घर है, 2 कनाल का घर है, तो वो घर को गिरा के उसमें छोटी छोटी प्लाटिंग करके घर बना के बेच रहे हैं, इसके बारे में कोई ज़रा इन्फॉर्मेशन दें। ये सही है, गलत है, या कैसे होना चाहिए, कैसे नहीं होना चाहिए? जी ताहिर साहब, ये जो घर गिरा के बनते हैं प्लॉट वगैरह, ये बेसिकली मेजॉरिटी में जगह विरासत वाली होती है। अच्छा अच्छा। और विरासत वाली जगह हमारा अलमिया है कि माँ बाप के साथ रहते हुए तो बच्चे साथ रह लेते हैं किसी ना किसी तरीके से, उनके मजबूरी नाल। जी जी किसी ना किसी तरीके से। हाँ जी हाँ जी, मजबूरी ਦੇ ਨਾਲ ਵੀ ਇੰਜ ਰਹਿੰਦੇ ਹੁੰਦੇ ਨੇ ਕਿ ਮਾਂ ਪਿਓ ਤਾਂ ਜਿਵੇਂ ਮਰਨ ਦਾ ਇੰਤਜ਼ਾਰ ਕਰ ਰਹੇ ਹਨ। ਓਏ ਹੋਏ। अच्छा उनके जाने के बाद ये बेचारे इकट्ठे नहीं रहते और इनके झगड़े से फ़ायदा बिल्डर को हो जाता है। अच्छा जी जी, अगर जगह 1 करोड़ की है ना तो बिल्डर इनसे 70 लाख में खरीद लेगा। यानी ਇਹਦਾ ਮਤਲਬ ਹਰ ਬਿਲਡਰ ਇਹ ਸੋਚ ਰਿਹਾ ਹੁੰਦਾ ਭੈਣ ਭਰਾਵਾਂ ਦੀ ਲੜਾਈ ਹੁੰਦੀ ਰਹੇ, ਕਿਉਂਕਿ ਜ਼ਾਹਿਰ ਹੈ ਔਰ ਇਹਨਾਂ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਨਹੀਂ ਆਪਣੇ 'ਚ ਨਫ਼ਰਤ ਨਾ ਪਾਓ ਜਿਹਦਾ ਲੋਕੀ फ़ायदा चुक जाए। देखिए ना सर जी, ये ऐसे ही है, इसको आप बदल नहीं सकते। ठीक है, हम कावश तो कर सकते हैं, ये अच्छी बात आपने की। अच्छा वो जो 1 करोड़ की जगह अगर उसने 70 लाख में ले ली है ना, अब सपोज उसमें 4 या 5 घर बनेंगे। यानी ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੀ 1 ਕਰੋੜ ਦੀ ਜਗ੍ਹਾ ਉਹ ਭੈਣ ਭਰਾਵਾਂ ਦੀ ਲੜਾਈ ਦੀ ਵਜ੍ਹਾ ਤੋਂ 70 ਲੱਖ ਦੀ ਵਿਕਦੀ ਹੈ, ਉਹਨਾਂ ਭੈਣ ਭਰਾਵਾਂ ਨੂੰ 30 ਲੱਖ ਦਾ ਤੇ ਉੱਥੇ ਨੁਕਸਾਨ। हाँ जी ਪਹਿਲਾ जी जी। ਔਰ ਉਸ ਤੋਂ ਬਾਅਦ ਉਹ 70 ਲੱਖ ਰੁਪਈਆ ਲੈ ਕੇ ਤੇ ਉਹ ਆਪ ਕਿਰਾਇਆ ਤੇ ਰਹਿ ਰਹੇ ਹੁੰਦੇ ਨੇ ਤੇ ਡਿਵੈਲਪਰ ਉੱਥੇ ਘਰ ਬਣਾ ਰਿਹਾ ਹੁੰਦਾ। ਇਸ ਤਰ੍ਹਾਂ ਹੀ ਤਾਹਿਰ ਸਾਹਿਬ। ਔਰ ਇਹ ਦੱਸੋ ਕਿ ਉਹ ਜਿਹੜਾ 1 ਕਨਾਲ ਦਾ ਘਰ ਹੈ ਉਹਦੀ ਰਜਿਸਟਰੀ ਤੇ 1 ਹੈ, हाँ जी। ਉਹ ਮੁੜ ਕੇ 6 ਰਜਿਸਟਰੀਆਂ 5 ਰਜਿਸਟਰੀਆਂ ਉਹ ਕਿਸ ਤਰ੍ਹਾਂ ਹੋ ਜਾਂਦੀਆਂ ਨੇ? वाह वाह ताहिर साहब, किन्ना वैलिड तुसीं सवाल कीता है। ਇਹਦਾ ਮਤਲਬ ਮੈਂ ਸਮਝਦਾ। क्या बात है। अच्छा बिल्कुल वैलिड इस वास्ते सवाल है कि आम लोगों ਨੂੰ ਇਹਦੀ ਸਮਝ ਨਹੀਂ ਹੈ। ਹਾਂਜੀ ਹਾਂਜੀ। ਤਾਹਿਰ ਸਾਹਿਬ ਦੇਖੋ ਨਾ, ਖੁਦਾ ਨਾ ਖਾਸਤਾ ਜਦੋਂ ਵਾਲਿदैन ਦੁਨੀਆ ਤੋਂ ਚਲੇ ਜਾਂਦੇ ਨੇ ਤੇ ਉਹ ਜਿਹੜੀ ਵਿਰਾਸਤ ਹੈ ਉਹ ਵੀ ਹਿੱਸਿਆਂ ਦੇ ਮੁਤਾਬਕ ਹੀ ਚੜ੍ਹਦੀ ਹੈ। ਬਿਲਕੁਲ ਸਹੀ। ਅਗਰ ਉਹ ਮਾਂ-ਬਾਪ ਦੇ 5 ਪੁੱਤਰ ਨੇ ਜਾਂ 10 ਪੁੱਤਰ ਨੇ, ਉਹ 5 ਤੇ 10 ਹਿੱਸੇ ਹੋ ਜਾਂਦੇ ਨੇ। ਬਿਲਕੁਲ ਸਹੀ ਹੈ। ਠੀਕ ਹੈ ਨਾ। ਉਹ ਇਸੇ ਤਰ੍ਹਾਂ ਹੀ ਜਿਹੜਾ ਬਿਲਡਰ ਹੈ, ਬਿਲਡਰ ਜਦੋਂ ਜਗ੍ਹਾ ਲੈਂਦਾ ਹੈ ਉਹਦੇ ਇੱਕ ਤੇ ਮਿਲੀ ਭਗਤ ਹੁੰਦੀ ਹੈ, ਉਹਦੀ ਅਦਾਰਾ ਜਿਹੜਾ ਹੈ ਨਾ ਉਹ ਉਹਨੂੰ ਇਹ ਹਿੱਸੇ ਕਰਨ ਵਿੱਚ ਕੋਈ ਹਰਜ ਨਹੀਂ ਹੁੰਦਾ। ਅੱਛਾ ਜ਼ਾਹਰੀ ਬਾਤ ਹੈ, ਦੇਖੋ ਨਾ, ਅਗਰ ਵਿਰਾਸਤ ਵੀ ਤੇ ਚੜ੍ਹਨੀ ਸੀ ਨਾ। ਹਾਂਜੀ ਹਾਂਜੀ ਹਾਂਜੀ। ਮੈਂ ਵਿਰਾਸਤ ਵੀ ਚੜੀ, ਉਹਦਾ ਸਕਸੈਸ਼ਨ ਸਰਟੀਫਿਕੇਟ ਵੀ ਬਣਿਆ, ਉਹ ਵੀ ਉਹਨੇ ਜਿੰਨੀ ਔਲਾਦ ਹੈ ਉਹਨੇ ਦੇ ਮੁਤਾਬਕ ਹੀ ਚੜਿਆ। ਬਿਲਕੁਲ ਸਹੀ ਹੈ। ਹੁਣ 5 ਪੁੱਤਰ ਸਨ ਤੇ 5 ਹਿੱਸੇ ਤੇ ਆਟੋਮੈਟਿਕਲੀ ਪਹਿਲਾਂ ਹੀ ਹੋ ਗਏ ਨੇ। ਬਿਲਕੁਲ। ਹੁਣ ਉਹ ਅਗਰ 5 ਪਲਾਟ ਬਣ ਗਏ ਨੇ ਨਾ, ਉਹਦੇ ਚ ਬਿਲਡਰ ਆਸਾਨੀ ਵਾਸਤੇ ਕਰਦਾ ਇਹ ਵੇ ਕਿ ਅਗਰ ਤੇ ਮਿਸਾਲ ਦੇ ਤੌਰ ਤੇ ਉਹ ਜਗ੍ਹਾ ਚਾਚਾ ਪ੍ਰਾਪਰਟੀ ਦੇ ਨਾਂ ਹੈ, ਇਹਨੇ ਫੌਰਨ ਆਪਣੇ ਨਾਲ ਕਰਾ ਲਿਆ। ਤੁਸੀਂ ਇਹ ਦੇਖੋ ਇਹ ਕੀ ਚਲਾਕੀ ਹੈ। ਨਹੀਂ ਮਤਲਬ ਇਹ ਡੀਲਰ ਜਿਹੜੇ ਹੁੰਦੇ ਨੇ ਬੜੇ ਖੋਚਲ ਹੁੰਦੇ ਨੇ ਜੀ, ਉਹ ਪਲਾਟ ਮੈਨੂੰ ਦੇ ਦਿਓ। ਨਹੀਂ ਇੱਕ ਸਪੋਜ਼ ਮੈਂ ਕੀਤੀ ਹੈ, ਜ਼ਾਹਰੀ ਬਾਤ ਹੈ ਕਿ ਉਹ ਜਿਹੜਾ ਬਿਲਡਰ ਹੈ ਅਗਰ ਉਹ ਚਾਚਾ ਪ੍ਰਾਪਰਟੀ ਹੈ तो वो जो पैसे देगा तो अपने ना चीज़ कराएगा कि नहीं कराएगा? बिल्कुल सही गल। ठीक है, मेरा फर्ज करने का मकसद है कि अगर जगह चलो मैं अपने ना नहीं कराता जी, वो जी प्रॉपर्टी है ताहर नूं छाड़ देना है। मेरे ते केस अच्छा वो ताहर साहब दे ना जगह है, हुण ताहर साहब ने वो जगह बेच दी है। ठीक है। हुण वो बिल्डर ते ताहर नूं छाड़ सी, ताहर नूं छाड़ ने वो जगह बेच दी,
ਹੁਣ ਉਹ ਤਾਹਰਨਸ਼ਾਦ ਜਿਹਨੂੰ ਉਹ ਜਗ੍ਹਾ ਦੇ ਰਿਹਾ ਨਾ, ਉਹਨੂੰ ਉਹਨੇ ਹਿੱਸੇ ਦੀ ਰਜਿਸਟਰੀ ਕਰਕੇ ਦੇ ਰਿਹਾ। ਅੱਛਾ, ਇਹ ਵੀ ਹੋ ਜਾਂਦਾ ਕਿ ਉਹ ਜਗ੍ਹਾ ਪਹਿਲੇ ਉਹ ਜਿਹੜਾ ਡਿਵੈਲਪਰ ਖਰੀਦ ਰਿਹਾ ਜੀ ਉਹ ਪਹਿਲੇ ਆਪਣੇ ਨਾਂ ਕਰਾਏਗਾ, ਮੁੜ ਕੇ ਦੂਸਰੇ ਦੇ ਨਾਂ ਕਰੇਗਾ। ਜੀ ਇਸ ਤਰ੍ਹਾਂ ਜ਼ਿਆਦਾ ਸਿਕਿਉਰ ਹੈ। ਅੱਛਾ, ਹਾਂ, ਬਾਅਦ ਜਿਹੜੇ ਡਿਵੈਲਪਰ ਨੇ ਨਾ, ਕਈ ਚਲਾਕੀ ਇਹ ਵੀ ਤੇ ਕਰਦੇ ਹੋਣਗੇ ਨਾ ਵੀ ਇਧਰੋਂ ਲੈ ਲਈ, ਇਧਰ ਪੈਸੇ ਦੇਤੇ, ਹਾਂ, ਤੇ ਜਦੋਂ ਰਜਿਸਟਰੀਆਂ ਬਣਨੀਆਂ ਉਹਨਾਂ ਦਾ ਵੀ ਤਾਂ ਖਰਚਾ ਹੁੰਦਾ ਨਾ। ਹਾਂਜੀ ਉਹ ਤੇ ਜਦੋਂ ਲੈਦਾ ਉਹਨੂੰ ਫਟੀਕਾਂ ਪੈਂਦੀਆਂ ਜੀ। ਉਹ ਕਹਿੰਦਾ ਕਿ ਯਾਰ ਮੈਨੂੰ ਨਾ ਹੀ ਪਵੇ, ਇਧਰੋਂ ਉਹਨੂੰ ਕੀ ਕਹਿੰਦੇ ਨੇ ਕਿ ਇਧਰੋਂ ਟ੍ਰਾਂਸਫਰ ਲੈਟਰ ਜਿਵੇਂ ਹੁੰਦਾ, ਯਾਨੀ ਉਹ ਮਤਲਬ ਕਿ ਮਾਲਕਾਨ ਜਿਹੜੇ ਨੇ ਨਾ ਵਿਰਾਸਤ ਵਾਲੇ, ਉਹੀ ਰਜਿਸਟਰੀ ਕਰ ਦਿੰਦੇ ਨੇ। ਲੇਕਿਨ ਉਹ ਅੱਛੀ ਚੀਜ਼ ਨਹੀਂ ਹੈ। ਅੱਛਾ, ਯਾਨੀ ਤੁਸੀਂ ਅਗਰ 1 ਕਰੋੜ ਦੀ ਜਗ੍ਹਾ 70 ਲੱਖ 'ਚ ਲੈ ਲਈ, ਹੁਣ 70 ਲੱਖ ਉਹਨਾਂ ਨੂੰ ਚਲਾ ਗਿਆ, ਓਕੇ, ਹੁਣ ਫੇਰ ਅਗਰ ਉਹ ਲੜਾਈ ਪਾ ਲੈਣ ਤੇ ਤੁਹਾਨੂੰ ਤੇ ਜਗ੍ਹਾ ਨਾ ਮਿਲੀ। ਇਹ ਬਾਤ ਠੀਕ ਹੈ ਨਾ, ਉਹਨਾਂ ਦੇ ਨਾਂ ਨਹੀਂ ਰਹਿਣ ਦੇਣੀ ਚਾਹੀਦੀ ਅਸੂਲੀ ਤੌਰ ਦੇ ਉੱਤੇ। ਠੀਕ ਹੈ, ਹੁਣ ਉਹ ਮਤਲਬ ਡਿਵੈਲਪਰ ਜਿਹੜਾ ਹੈ ਨਾ, ਓਕੇ, ਅੱਛਾ, ਡਿਵੈਲਪਰ ਉਹ ਜਗ੍ਹਾ ਲੈਂਦਾ, ਹਾਂਜੀ, ਲੈ ਕੇ ਉਹ ਜਗ੍ਹਾ ਅਗਰ ਸਪੋਜ਼ ਉਹਨੇ 70 ਲੱਖ ਦੀ ਲਈ ਹੈ, ਹਾਂ, ਹੁਣ ਉਹਦੇ ਤੇ ਅਗਰ 5 ਘਰ ਉਹਨੇ ਬਣਾਉਣੇ ਨੇ, ਬਿਲਕੁਲ, ਠੀਕ ਹੈ, ਉਹਨੂੰ ਫੀ ਘਰ ਨਾ ਇਨਵੈਸਟਮੈਂਟ ਕਰਕੇ 15 ਲੱਖ ਰੁਪਈਆ ਫੀ ਘਰ ਕਮੋਬੇਸ਼ ਬਚ ਜਾਂਦਾ ਹੈ। ਅੱਛਾ ਜੀ ਇੱਕ ਘਰ ਦਾ, ਇੱਕ ਘਰ ਦਾ, ਯਾਨੀ 30 ਲੱਖ ਉਹਨੇ ਪਹਿਲਾ ਫਾਇਦਾ ਲੈ ਲਿਆ, ਹਾਂ, ਤੇ 75 ਲੱਖ ਰੁਪਈਆ 5 ਘਰਾਂ 'ਚ ਉਹਨੇ ਹੋਰ ਕਮਾ ਲਿਆ। ਯਾਨੀ 1 ਕਰੋੜ 5 ਲੱਖ ਰੁਪਏ ਦੀ ਕਮੋਬੇਸ਼ ਉਹਨੂੰ ਬਚਤ ਆ ਗਈ ਹੈ। ਇਹ ਕਿੰਨੀ ਦੇਰ 'ਚ ਉਹ ਪ੍ਰੋਸੈਸ ਸਾਰਾ ਮੁਕੰਮਲ ਘਰ ਬਣਾ ਕੇ ਵੇਚ ਦਿੰਦਾ? 6 ਮਹੀਨੇ ਮੈਕਸਿਮਮ, 6 ਮਹੀਨੇ, ਸਿਰਫ 6 ਮਹੀਨੇ ਲੱਗਦੇ ਨੇ। ਅੱਛਾ, ਯਾਨੀ ਬਿਲਡਿੰਗ ਤਮੀਰ ਕਰਨ ਤੇ 6 ਮਹੀਨੇ ਦੇ ਅੰਦਰ ਅੰਦਰ। ਇਹ ਤੁਸੀਂ 1 ਕਰੋੜ ਰੁਪਏ ਤੁਸੀਂ 6 ਮਹੀਨਿਆਂ 'ਚ ਕਨਵਰਟ ਕਰੋ, ਕਿੰਨੇ ਪਰ ਮਹੀਨਾ ਬਣਦਾ? ਤੁਸੀਂ ਸਮਝ ਲਓ ਕਿ ਇਹ ਕੋਈ 10 ਤੋਂ 15 ਲੱਖ ਰੁਪਏ, 18 ਲੱਖ ਰੁਪਈਆ ਕਮੋਬੇਸ਼ 18 ਲੱਖ ਮਹੀਨੇ ਦਾ ਉਹ ਵੈਸੇ ਹੀ ਕਮਾ ਰਿਹਾ, ਵੈਸੇ ਹੀ ਕਮਾ ਰਿਹਾ ਕਮੋਬੇਸ਼, ਇੱਕ ਅਗਰ ਲਾਈਏ ਅੰਦਾਜ਼ਾ ਮੁਹਤਾਤ। ਅੱਛਾ ਤਾਹਰ ਸਾਹਿਬ, ਉਹ 6 ਮਹੀਨੇ ਨਾ, ਇਹ ਕੋਈ ਇੰਨਾ ਜ਼ਿਆਦਾ ਟਾਈਮ ਨਹੀਂ ਹੈ। ਅੱਛਾ, ਇਹ ਟਾਈਮ ਨਾ ਸ਼ਾਰਟ ਹੋਣ ਦੀ ਵਜ੍ਹਾ ਪਤਾ ਕੀ ਹੈ? ਇਹ ਨਾ ਗੁੰਜਾਨ ਆਬਾਦ ਇਲਾਕੇ 'ਚ ਪਲਾਟ ਹੁੰਦੇ ਨੇ, ਔਰ ਤੁਸੀਂ ਵੇਖੋ ਲੋਕੀ ਨਾ ਇਹਨਾਂ ਨੂੰ ਸੁਸਾਇਟੀ ਤੋਂ ਜ਼ਿਆਦਾ ਪ੍ਰੈਫਰ ਕਰਦੇ ਨੇ। ਅੱਛਾ, ਇਹਦਾ ਕਲਾਇੰਟ ਮੁਲਕ ਦੇ ਅੰਦਰ ਜੋ ਮਰਜ਼ੀ ਹੁੰਦਾ ਰਵੇ, ਅੱਛਾ ਜੀ, ਇਹਦਾ ਕਲਾਇੰਟ 24 ਘੰਟੇ ਤੁਹਾਨੂੰ ਅਵੇਲੇਬਲ ਹੈ। ਓਏ, ਅੱਛਾ ਜੀ, ਸਰ ਜੀ, ਇਸ तमाम ਫੈਸਿਲਿਟੀਆਂ ਵਾਕ ਇਨ ਡਿਸਟੈਂਸ ਤੇ ਹੁੰਦੀਆਂ ਨੇ। ਹਾਂ, ਜਿਵੇਂ ਸੁਸਾਇਟੀ ਉਹ ਬਹੁਤ ਦੂਰ ਹੈ, ਇਹ ਤੇ ਗੁੰਜਾਨ ਇਲਾਕੇ ਦੇ ਤੇ ਜਿਹੜੇ ਪੁਰਾਣੇ ਇਲਾਕੇ ਹੁੰਦੇ ਨੇ। ਜੀ ਤੁਸੀਂ ਵੇਖੋ ਨਾ ਕਿ 24 ਘੰਟੇ ਡਾਕਟਰ ਅਵੇਲੇਬਲ ਹੈ, 24 ਘੰਟੇ ਤੁਹਾਨੂੰ ਖਾਣੇ ਦੀ ਚੀਜ਼ਾਂ ਅਵੇਲੇਬਲ ਹੈ। ਅੱਛਾ, ਲਾਕਡਾਊਨ ਦੀ ਪੋਜੀਸ਼ਨ ਵਿੱਚ ਵੀ ਤੁਹਾਨੂੰ ਹਰ ਸ਼ੈ ਲੱਭ ਜਾਂਦੀ ਹੈ। ਵਾਕਈ ਸਹੀ ਗੱਲ ਹੈ। ਯਾਨੀ ਕਿ ਇਸ ਵਜ੍ਹਾ ਤੋਂ ਨਾ ਇਹ ਚੀਜ਼ਾਂ ਪਪੂਲਰ ਨੇ, ਔਰ ਬਿਲਡਰ ਜਿਹੜਾ ਹੈ ਨਾ, ਇਹ ਇਹਨਾਂ ਇਲਾਕਿਆਂ ਦਾ ਬਿਲਡਰ, ਉਹ ਫਿਰ ਇਹਨਾਂ ਇਲਾਕਿਆਂ ਦਾ ਮਜ਼ਾ ਬੜਾ ਹੈ, ਛੋਟੀ ਸ਼ਾਟ ਵਿੱਚ ਬਹੁਤ ਜ਼ਿਆਦਾ ਪੈਸੇ ਕਮਾਉਂਦਾ ਹੈ। ਇਸ ਵਾਸਤੇ ਇੱਥੋਂ ਦਾ ਬਿਲਡਰ ਸੁਸਾਇਟੀਆਂ 'ਚ ਬਿਲਡਿੰਗ ਨਹੀਂ ਬਣਾਉਂਦਾ। ਬਿਲਕੁਲ ਸਹੀ ਕਹਿ ਰਹੇ ਹੋ ਚਾਚਾ ਪ੍ਰਾਪਰਟੀ ਜੀ ਤੁਸੀਂ। ਜਿਹੜੇ ਬੰਦੇ ਦੀ ਐਵੇਂ ਲੰਘਦੇ ਦਿਹਾੜੀ ਲੱਗ ਜਾਵੇ, ਉਹਨੇ ਸੁਸਾਇਟੀਆਂ 'ਚ ਕੀ ਖੱਜਲ ਹੋਣ ਵਾਸਤੇ ਜਾਣਾ, ਔਰ ਜਿਹੜੇ ਲੋਕ ਸੁਸਾਇਟੀਆਂ ਦੇ ਵਿੱਚ ਕਰਦੇ ਨੇ ਉਹਨਾਂ ਨੂੰ ਉੱਥੇ ਨਹੀਂ ਮਜ਼ਾ ਆਉਂਦਾ। ਠੀਕ ਹੈ ਜੀ ਇਸ ਤਰ੍ਹਾਂ ਹੀ ਹਰ ਜਗ੍ਹਾ ਦਾ ਆਪਣਾ, ਇਸ ਤਰ੍ਹਾਂ ਹੀ ਲਿਹਾਜ਼ਾ ਤੁਸੀਂ ਇਸ ਗੱਲ ਨਾਲ ਧਿਆਨ ਕਰੋ ਕਿ ਤੁਸੀਂ ਕਿਹੜੀ ਜਗ੍ਹਾ ਤੇ ਪਲਾਟ ਲੈਣਾ, ਕਿਹੜੀ ਜਗ੍ਹਾ ਤੇ ਘਰ ਬਣਾਉਣਾ, ਚੁਆਇਸ ਤੁਹਾਡੀ ਹੈ। ਸਾਡਾ ਪ੍ਰੋਗਰਾਮ ਦੇਖਦੇ ਰਹੋ, ਲਾਈਕ ਔਰ ਸ਼ੇਅਰ ਕਰਦੇ ਰਹੋ, ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਹਾਫਿਜ਼।